ਬਹੁਤ ਪਹਿਲਾਂ ਦੀ ਗੱਲ ਹੈ। ਅਲੀ ਬਾਬਾ ਨਾਂ ਦਾ ਇੱਕ ਕਾਰਪੈਂਟਰ ਹੋਇਆ ਕਰਦਾ ਸੀ। ਉਹ ਆਪਣੀ ਵਹੁਟੀ ਨਾਲ ਗਰੀਬੀ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅਲੀ ਬਾਬਾ ਆਪਣੇ ਖੋਤੇ ਨੂੰ ਲੈ ਕੇ ਜੰਗਲ ਵਿੱਚ ਲੱਕੜੀਆਂ ਕੱਟਣ ਜਾਇਆ ਕਰਦਾ ਸੀ ਅਤੇ ਉਹਨਾਂ ਲੱਕੜੀਆਂ ਨੂੰ ਵੇਚ ਕੇ ਹੀ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹ ਲੱਕੜੀਆਂ ਕੱਟਣ ਜੰਗਲ ਵਿੱਚ ਗਿਆ। ਉਸੇ ਵੇਲੇ ਉਹਨੂੰ ਆਵਾਜ਼ ਸੁਣਾਈ ਦਿੱਤੀ, ਘੋੜਿਆਂ ਦੀ ਇੱਕ ਟੋਲੀ ਦੀ, ਅਤੇ ਉਹਨੂੰ ਘਬਰਾਹਟ ਹੋਣ ਲੱਗੀ। ਸ਼ਾਇਦ ਇਹ ਚੋਰ ਹੈ, ਮੈਂ ਲੁਕ ਜਾਣਾ। ਖੋਤੇ ਨੂੰ ਝਾੜੀਆਂ ਦੇ ਪਿੱਛੇ ਲੁਕਾ ਕੇ ਅਲੀ ਬਾਬਾ ਪੇੜ ਉੱਤੇ ਚੜ ਗਿਆ। ਉਹ ਟੋਲੀ ਸਿੱਧੇ ਉਸ ਪੇੜ ਦੇ ਥੱਲੇ ਆ ਕੇ ਹੀ ਰੁਕੀ। ਅਲੀ ਬਾਬਾ ਨੇ ਗਿਣਤੀ ਕੀਤੀ, ਉਹ ਪੂਰੇ 40 ਸੀ। ਉਹਨਾਂ ਲੋਕਾਂ ਨੇ ਕੁਝ ਭਾਰੀ ਸਮਾਨ ਆਪਣੇ ਘੋੜਿਆਂ ਤੋਂ ਲਾਇਆ। ਅਲੀ ਬਾਬਾ ਨੂੰ ਸਮਝ ਆ ਗਿਆ ਕਿ ਉਹ ਚੋਰ ਨੇ। ਉਹਨਾਂ ਦਾ ਸਰਦਾਰ ਇੱਕ ਵੱਡੀ ਚਟਾਨ ਕੋਲ ਗਿਆ ਅਤੇ ਜ਼ੋਰ ਨਾਲ ਚਿল্ਲਾਇਆ, ਖੁੱਲ ਜਾ ਸਿਮ ਸਿਮ। ਉਸੇ ਵੇਲੇ ਕੁਝ ਅਜੀਬ ਹੋਇਆ। ਉਹ ਵੱਡੀ ਚਟਾਨ ਹਟ ਗਈ, ਜਿਵੇਂ ਇੱਕ ਗੇਟ ਹੋਵੇ, ਅਤੇ ਸਾਹਮਣੇ ਸੀ ਇੱਕ ਗੁਫਾ। ਸਾਰੇ ਚੋਰ ਇੱਕ ਇੱਕ ਕਰਕੇ ਅੰਦਰ ਗਏ ਆਪਣੇ ਭਾਰੀ ਸਮਾਨ ਦੇ ਨਾਲ। ਆਖਰੀ ਚੋਰ ਦੇ ਜਾਂਦੇ ਹੀ ਉਹ ਚਟਾਨ ਫੇਰ ਆਪਣੀ ਥਾਂ ਉੱਤੇ ਆ ਗਈ। ਅਲੀ ਬਾਬਾ ਨੂੰ ਭਰੋਸਾ ਨਹੀਂ ਹੋਇਆ, ਪਰ ਥੋੜੀ ਦੇਰ ਬਾਅਦ ਉਹ ਚਟਾਨ ਫੇਰ ਹਿੱਲੀ ਤੇ ਚੋਰ ਬਾਹਰ ਆਏ। ਉਹਨਾਂ ਦਾ ਸਰਦਾਰ ਜ਼ੋਰ ਨਾਲ ਚਿল্ਲਾਇਆ, ਬੰਦ ਹੋ ਜਾ ਸਿਮ ਸਿਮ। ਉਸ ਚਟਾਨ ਨੇ ਫੇਰ ਤੋਂ ਰਸਤਾ ਬੰਦ ਕਰ ਦਿੱਤਾ ਅਤੇ ਉਹ ਟੋਲੀ ਘੋੜਿਆਂ ਤੇ ਸਵਾਰ ਹੋ ਕੇ ਚਲੀ ਗਈ। ਅਲੀ ਬਾਬਾ ਪੇੜ ਤੋਂ ਥੱਲੇ ਉਤਰਿਆ ਅਤੇ ਸਿੱਧਾ ਚਟਾਨ ਵੱਲ ਗਿਆ। ਉਹਨੇ ਉਹੀ ਸ਼ਬਦ ਕਹੇ, ਖੁੱਲ ਜਾ ਸਿਮ ਸਿਮ। ਉਹ ਚਟਾਨ ਗੜਗੜਾਹਟ ਦੀ ਆਵਾਜ਼ ਨਾਲ ਫੇਰ ਤੋਂ ਹਟ ਗਈ। ਅਲੀ ਬਾਬਾ ਅੰਦਰ ਗਿਆ। ਅੰਦਰ ਜੋ ਸੀ ਉਹ ਵੇਖ ਕੇ ਉਹਦਾ ਸਿਰ ਘੁੰਮ ਗਿਆ। ਸੋਨੇ ਦੇ ਸਿੱਕੇ, ਹੀਰੇ, ਖਜ਼ਾਨੇ ਇੱਧਰ ਉੱਧਰ ਹੀ ਬਿਖਰੇ ਹੋਏ ਪਏ ਸੀ। ਉਹਨੇ ਚੁਣ ਕੇ 3 ਬੋਰੀਆਂ ਸੰਭਾਲ ਲਿਆ ਅਤੇ ਨਿਕਲ ਗਿਆ। ਬਾਹਰ ਉਹਨੇ ਫੇਰ ਤੋਂ ਉਹ ਬੋਲਿਆ ਜੋ ਸਰਦਾਰ ਨੇ ਬੋਲਿਆ ਸੀ, ਬੰਦ ਹੋ ਜਾ ਸਿਮ ਸਿਮ। ਉਹਨੇ ਸਾਰਾ ਸਮਾਨ ਆਪਣੇ ਖੋਤੇ ਉੱਤੇ ਰੱਖਿਆ ਅਤੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹਨੇ ਉਹ ਸਮਾਨ ਆਪਣੀ ਵਹੁਟੀ ਨੂੰ ਵਿਖਾਇਆ। ਉਹਨੂੰ ਵੀ ਸਮਝ ਨਹੀਂ ਆਇਆ ਕਿ ਅਲੀ ਬਾਬਾ ਇਹ ਸਭ ਲਿਆਇਆ ਕਿੱਥੋਂ, ਇੰਨਾ ਸੋਨਾ ਕਿੱਥੋਂ ਮਿਲਿਆ। ਅਲੀ ਬਾਬਾ ਨੇ ਉਹਨੂੰ ਸਾਰੀ ਕਹਾਣੀ ਦੱਸੀ। ਉਹ ਸੁਣ ਕੇ ਬੜੀ ਖੁਸ਼ ਹੋਈ ਅਤੇ ਸਮਾਨ ਕੱਢਣ ਲੱਗੀ। ਚਲੋ ਗਿਣਦੇ ਹਾਂ, ਸਾਡੇ ਕੋਲ ਕਿੰਨੇ ਸਿੱਕੇ ਨੇ। ਨਹੀਂ, ਇੱਕ ਟੋਆ ਪੱਟ ਕੇ ਉਹਦੇ ਅੰਦਰ ਲੁਕਾ ਦਿੰਨੇ ਹਾਂ। ਫੇਰ ਤੁਸੀਂ ਦੱਬਣ ਵਾਸਤੇ ਥਾਂ ਬਣਾਓ ਅਤੇ ਮੈਂ ਤੁਹਾਡੇ ਭਰਾ ਕਾਸਿਮ ਕੋਲੋਂ ਭਾਂਡਾ ਲੈ ਕੇ ਆਂਦੀ ਹਾਂ। ਅਲੀ ਬਾਬਾ ਦਾ ਭਰਾ ਬੜਾ ਅਮੀਰ ਸੀ, ਪਰ ਲਾਲਚੀ ਵੀ ਸੀ। ਉਹ ਕਦੀ ਅਲੀ ਬਾਬਾ ਦੀ ਮਦਦ ਨਹੀਂ ਕਰਦਾ ਸੀ। ਇਸ ਕਰਕੇ ਅਲੀ ਬਾਬਾ ਨੇ ਕਿਹਾ, ਸਿੱਕਿਆਂ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕਿਸੇ ਨੂੰ ਵੀ ਨਹੀਂ। ਉਹਦੀ ਵਹੁਟੀ ਕਾਸਿਮ ਤੋਂ ਨਾਪਣ ਵਾਸਤੇ ਭਾਂਡਾ ਮੰਗਣ ਪਹੁੰਚੀ। ਕਾਸਿਮ ਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤੇ ਉਹਨੇ ਪੁੱਛਿਆ, ਤੈਨੂੰ ਕਿਉਂ ਚਾਹੀਦਾ ਹੈ? ਕੀ ਨਾਪੇਂਗੀ ਉਸ ਵਿੱਚ? ਅਲੀ ਬਾਬਾ ਦੀ ਵਹੁਟੀ ਨੇ ਕੁਝ ਝੂਠ ਮੂਠ ਜਿਹਾ ਕਹਿ ਦਿੱਤਾ। ਕਾਸਿਮ ਨੂੰ ਉਹਦੇ ਉੱਤੇ ਭਰੋਸਾ ਨਹੀਂ ਹੋਇਆ। ਉਹਨੇ ਚੁੱਪਕੇ ਜਿਹੇ ਭਾਂਡੇ ਥੱਲੇ ਸ਼ਹਿਦ ਲਾ ਕੇ ਦੇ ਦਿੱਤਾ। ਉਸੇ ਭਾਂਡੇ ਵਿੱਚ ਸੋਨੇ ਦੇ ਸਿੱਕੇ ਨਾਪਣ ਲੱਗੇ ਦੋਨੋਂ, ਅਤੇ ਫੇਰ ਸਾਰੇ ਸਿੱਕੇ ਦੱਬ ਦਿੱਤੇ।
ਉਸ ਤੋਂ ਬਾਅਦ ਅਲੀ ਬਾਬਾ ਦੀ ਬੋਟੀ ਕਾਸਿਮ ਨੂੰ ਭਾਂਡਾ ਮੋੜਨ ਗਈ, ਪਰ ਉਹਨੇ ਵੇਖਿਆ ਹੀ ਨਹੀਂ ਕਿ ਭਾਂਡੇ ਥੱਲੇ ਸੋਨੇ ਦਾ ਇੱਕ ਸਿੱਕਾ ਚਿਪਕ ਗਿਆ ਸੀ। ਇਹ ਬਹੁਤ ਵੱਡੀ ਗਲਤੀ ਕੀਤੀ ਸੀ ਉਹਨੇ। ਕਾਸਿਮ ਨੂੰ ਭਾਂਡਾ ਮਿਲਦੇ ਹੀ ਉਹਨੇ ਉਹਦੇ ਥੱਲੇ ਵੇਖਿਆ। ਸੋਨੇ ਦਾ ਸਿੱਕਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਕਿੱਥੋਂ ਮਿਲਿਆ ਹੋਣਾ ਅਲੀ ਬਾਬਾ ਨੂੰ ਉਹ ਸੋਨਾ? ਕਾਸਿਮ ਦੀ ਨੀਂਦ ਉੜ ਗਈ। ਸਵੇਰ ਹੁੰਦੇ ਹੀ ਉਹ ਅਲੀ ਬਾਬਾ ਦੇ ਘਰ ਗਿਆ ਅਤੇ ਉਹਨੂੰ ਭਾਂਡੇ ਦੇ ਥੱਲੇ ਲੱਗਿਆ ਹੋਇਆ ਸਿੱਕਾ ਵਿਖਾਇਆ। ਅਲੀ ਬਾਬਾ, ਤੂੰ ਸੋਨਾ ਮੁੱਲ ਤਾਂ ਨਹੀਂ ਲੈ ਸਕਦਾ। ਕਿੱਥੋਂ ਆਇਆ ਇਹ ਸੋਨਾ? ਦੱਸ ਮੈਨੂੰ। ਅਲੀ ਬਾਬਾ ਨੇ ਕਾਸਿਮ ਨੂੰ ਸਾਰੀ ਕਹਾਣੀ ਦੱਸੀ ਤਾਂ ਕਿ ਉਹ ਕਿਸੇ ਹੋਰ ਨੂੰ ਨਾ ਦੱਸੇ। ਜੇ ਤੂੰ ਮੈਨੂੰ ਉਸ ਥਾਂ ਤੇ ਨਹੀਂ ਲੈ ਕੇ ਗਿਆ ਤਾਂ ਮੈਂ ਚੋਰਾਂ ਨੂੰ ਦੱਸ ਦਿਆਂਗਾ ਤੂੰ ਕੀ ਕੀਤਾ ਹੈ। ਪਰ ਕਾਸਿਮ, ਅਲੀ ਬਾਬਾ ਨੂੰ ਪਤਾ ਸੀ ਕਿ ਕਾਸਿਮ ਸੱਚੀ ਹੀ ਦੱਸ ਦੇਵੇਗਾ। ਉਹਨੂੰ ਕਾਸਿਮ ਨੂੰ ਉੱਥੇ ਲੈ ਕੇ ਜਾਣਾ ਹੀ ਪਿਆ। ਉਹ ਗੁਫਾ ਇਸੇ ਪਹਾੜੀ ਦੇ ਪਿੱਛੇ ਹੈ। ਚਲੋ ਇੱਥੋਂ ਛੇਤੀ ਚਲੀਏ, ਕਿਤੇ ਉਹ ਚੋਰ ਫੇਰ ਨਾ ਆ ਜਾਣ। ਦੋਨੋਂ ਵਾਪਸ ਘਰ ਮੁੜ ਆਏ, ਪਰ ਕਾਸਿਮ ਦਾ ਧਿਆਨ ਉੱਥੇ ਗੁਫਾ ਵਿੱਚ ਹੀ ਸੀ। ਉਹ ਹੱਥੋਂ ਹੱਥ 2 ਖੋਤੇ ਲੈ ਕੇ ਗੁਫਾ ਕੋਲ ਪਹੁੰਚਿਆ। ਉੱਥੇ ਪਹੁੰਚਦੇ ਹੀ ਉਹਨੇ ਉਹ ਸ਼ਬਦ ਦੁਹਰਾਏ ਜਿਹੜੇ ਅਲੀ ਬਾਬਾ ਨੇ ਦੱਸੇ ਸੀ। ਖੁੱਲ ਜਾ ਸਿਮ ਸਿਮ। ਉਹ ਚਟਾਨ ਹਟ ਗਈ ਅਤੇ ਰਸਤਾ ਖੁੱਲ ਗਿਆ। ਕਾਸਿਮ ਨੂੰ ਭਰੋਸਾ ਨਹੀਂ ਹੋਇਆ। ਅੰਦਰ ਦਾ ਨਜ਼ਾਰਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਇੰਨਾ ਸੋਨਾ ਵੇਖ ਕੇ ਉਹਦਾ ਦਿਮਾਗ ਖਰਾਬ ਹੋ ਗਿਆ। ਉਹਨੇ ਛੇਤੀ ਛੇਤੀ ਸੋਨਾ ਭਰਿਆ ਆਪਣੇ ਝੋਲੇ ਵਿੱਚ। ਜਦੋਂ ਥਾਂ ਨਹੀਂ ਬਚੀ, ਉਹ ਬਾਹਰ ਨਿਕਲਣ ਲੱਗਿਆ, ਪਰ ਗੁਫਾ ਤਾਂ ਚਟਾਨ ਨਾਲ ਬੰਦ ਸੀ ਅਤੇ ਉਹਨੂੰ ਖੋਲ੍ਹਣ ਵਾਸਤੇ ਉਹਨੇ ਜੋ ਸ਼ਬਦ ਬੋਲਨੇ ਸੀ ਉਹ ਉਹਨੂੰ ਯਾਦ ਨਹੀਂ ਆ ਰਹੇ ਸੀ ਤੇ ਉਹ ਕੁਝ ਵੀ ਪੁੱਠਾ ਸਿੱਧਾ ਬੋਲਣ ਲੱਗ ਪਿਆ। ਖੁੱਲ ਜਾ ਟਿਮ ਟਿਮ, ਖੁੱਲ ਜਾ ਕੁਮ ਕੁਮ, ਖੁੱਲ ਜਾ ਜਿਮ ਜਿਮ। ਉਹ ਬਹੁਤ ਕੁਝ ਬੋਲਿਆ, ਪਰ ਚਟਾਨ ਟਸ ਤੋਂ ਮਸ ਨਹੀਂ ਹੋਈ। ਉਹ ਘਬਰਾਇਆ ਹੋਇਆ ਸੀ। ਉਹਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਐਨੀ ਦੇਰ ਵਿੱਚ ਚੋਰ ਗੁਫਾ ਕੋਲ ਪਹੁੰਚ ਗਏ। ਉਹਨਾਂ ਨੂੰ ਕਾਸਿਮ ਦਾ ਖੋਤਾ ਵੇਖ ਕੇ ਸ਼ੱਕ ਹੋਇਆ ਅਤੇ ਉਹਨਾਂ ਨੇ ਆਪਣੀਆਂ ਤਲਵਾਰਾਂ ਕੱਢ ਲਈਆਂ। ਖੁੱਲ ਜਾ ਸਿਮ ਸਿਮ। ਰਸਤਾ ਖੁੱਲਦੇ ਹੀ ਚੋਰਾਂ ਨੇ ਕਾਸਿਮ ਨੂੰ ਫੜ ਲਿਆ ਅਤੇ ਉਹਨੂੰ ਸਜ਼ਾ ਦਿੱਤੀ। ਤਾਂ ਇਹ ਚੋਰ ਸਾਡੀ ਚੋਰੀ ਕਰ ਰਿਹਾ ਸੀ। ਦੇਰ ਰਾਤ ਹੋਣ ਤੋਂ ਬਾਅਦ ਵੀ ਜਦੋਂ ਕਾਸਿਮ ਘਰ ਨਹੀਂ ਮੁੜਿਆ ਤਾਂ ਉਹਦੀ ਬੋਟੀ ਨੂੰ ਫਿਕਰ ਹੋਣ ਲੱਗੀ। ਉਹਨੇ ਅਲੀ ਬਾਬਾ ਕੋਲੋਂ ਮਦਦ ਮੰਗੀ। ਅਲੀ ਬਾਬਾ ਨੂੰ ਵੀ ਕਾਸਿਮ ਦੀ ਫਿਕਰ ਸੀ। ਉਹ ਗੁਫਾ ਕੋਲ ਪਹੁੰਚਿਆ ਤਾਂ ਉਹਨੂੰ ਕਾਸਿਮ ਦੇ ਖੋਤੇ ਦਿਸੇ ਤਾਂ ਉਹ ਸਮਝ ਗਿਆ ਕਿ ਕਾਸਿਮ ਨੂੰ ਚੋਰਾਂ ਨੇ ਮਾਰ ਦਿੱਤਾ ਹੋਵੇਗਾ। ਉਹਨੇ ਆਪਣੀ ਬੋਟੀ ਨੂੰ ਸਭ ਕੁਝ ਦੱਸਿਆ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ। ਕੁਝ ਦਿਨਾਂ ਬਾਅਦ ਅਲੀ ਬਾਬਾ ਅਤੇ ਉਹਦੀ ਬੋਟੀ ਕਾਸਿਮ ਦੇ ਘਰ ਵਿੱਚ ਰਹਿਣ ਲੱਗੇ। ਉਹਨਾਂ ਨੇ ਉਹਦਾ ਕੰਮਕਾਜ ਸੰਭ ਲਿਆ ਅਤੇ ਬੜੀ ਤਰੱਕੀ ਕੀਤੀ। ਉਹ ਬਹੁਤ ਅਮੀਰ ਹੋ ਗਏ। ਕੁਝ ਦਿਨਾਂ ਬਾਅਦ ਚੋਰਾਂ ਦੇ ਸਰਦਾਰ ਨੂੰ ਸਮਝ ਆਇਆ ਕਿ ਗੁਫਾ ਵਿੱਚੋਂ ਦਿਨ ਬ ਦਿਨ ਸੋਨਾ ਘੱਟ ਹੁੰਦਾ ਜਾ ਰਿਹਾ ਸੀ ਤੇ ਉਹਨੇ ਇੱਕ ਚੋਰ ਨੂੰ ਧਿਆਨ ਰੱਖਣ ਵਾਸਤੇ ਕਿਹਾ। ਸ਼ਹਿਰ 'ਚ ਜਾਓ ਤੇ ਵੇਖੋ ਕੀ ਕੋਈ ਏਦਾਂ ਦਾ ਹੈ ਜੋ ਨਵਾਂ ਅਮੀਰ ਬਣਿਆ ਹੋਵੇ ਤੇ ਬਹੁਤ ਜ਼ਿਆਦਾ ਖਰਚਾ ਕਰ ਰਿਹਾ ਹੋਵੇ। ਉਸ ਚੋਰ ਦੀ ਨਜ਼ਰ ਪਈ ਅਲੀ ਬਾਬਾ ਉੱਤੇ, ਜਿਹੜਾ ਸੋਨੇ ਦੇ ਸਿੱਕੇ ਲੈ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਉਹਨੇ ਅਲੀ ਬਾਬਾ ਦਾ ਪਿੱਛਾ ਕੀਤਾ। ਅਲੀ ਬਾਬਾ ਦੇ ਘਰ ਦੇ ਅੰਦਰ ਜਾਂਦੇ ਹੀ ਚੋਰ ਨੇ ਅਲੀ ਬਾਬਾ ਦੇ ਬੂਹੇ ਉੱਤੇ ਨਿਸ਼ਾਨ ਬਣਾ ਦਿੱਤਾ। ਸ਼ਾਮ ਵੇਲੇ ਜਦੋਂ ਕਾਸਿਮ ਦੀ ਬੋਟੀ ਘੋੜਿਆਂ ਨੂੰ ਪਾਣੀ ਪਿਲਾਉਣ ਵਾਸਤੇ ਗਈ ਤਾਂ ਉਹਨੇ ਉਹ ਨਿਸ਼ਾਨ ਵੇਖਿਆ। ਉਹਨੂੰ ਸਮਝ ਆ ਗਿਆ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਤੇ ਉਹਨੇ ਰੰਗ ਲੈ ਕੇ ਆਲੇ ਦੁਆਲੇ ਸਾਰੇ ਬੂਹਿਆਂ ਉੱਤੇ ਉਹਦੇ ਵਰਗੇ ਹੀ ਨਿਸ਼ਾਨ ਬਣਾ ਦਿੱਤੇ। ਸਵੇਰ ਹੁੰਦੇ ਹੀ 40 ਚੋਰਾਂ ਦੀ ਟੋਲੀ ਅਲੀ ਬਾਬਾ ਦਾ ਘਰ ਲੱਭਣ ਆਈ ਤੇ ਉਹਨਾਂ ਨੂੰ ਹਰ ਬੂਹੇ ਉੱਤੇ
ਉਹਦਾ ਦਾ ਹੀ ਨਿਸ਼ਾਨ ਦੱਸਿਆ ਅਤੇ ਉਹ ਹਾਰ ਕੇ ਵਾਪਸ ਮੁੜ ਗਏ। ਪਰ ਉਹਨਾਂ ਦਾ ਸਰਦਾਰ ਜਿੱਦੀ ਸੀ। ਉਹਨੇ ਭੇਸ ਬਦਲ ਕੇ ਉਹਨੂੰ ਲੱਭਣਾ ਸ਼ੁਰੂ ਕੀਤਾ ਅਤੇ ਚੁੱਪਚਾਪ ਉਹ ਪਹੁੰਚਿਆ ਅਲੀ ਬਾਬਾ ਦੇ ਘਰ। ਬੂਹਾ ਖੜਕਾਇਆ ਤਾਂ ਅਲੀ ਬਾਬਾ ਨੇ ਖੋਲ੍ਹਿਆ। ਮੈਂ ਬਹੁਤ ਦੂਰੋਂ ਆਇਆ ਹਾਂ। ਮੈਂ ਤੇਲ ਵੇਚਣ ਨਿਕਲਿਆ ਸੀ। ਸੁਣਿਆ ਤੁਸੀਂ ਇੱਥੋਂ ਦੇ ਸਭ ਤੋਂ ਅਮੀਰ ਇਨਸਾਨ ਹੋ। ਤੇਲ ਬਹੁਤ ਹੀ ਵਧੀਆ ਹੈ, ਖਰੀਦੋਗੇ? ਅਲੀ ਬਾਬਾ ਨੇ ਸਰਦਾਰ ਨੂੰ ਤੇਲ ਦਾ ਵਪਾਰੀ ਸਮਝ ਕੇ ਉਹਨੂੰ ਰਾਤ ਦੇ ਖਾਣ ਉੱਤੇ ਆਉਣ ਵਾਸਤੇ ਕਿਹਾ। ਤੇਲ ਦੀਆਂ 40 ਬਰਨੀਆਂ ਲੈ ਕੇ ਉਹ ਅਲੀ ਬਾਬਾ ਦੇ ਘਰ ਪਹੁੰਚਿਆ। ਅਲੀ ਬਾਬਾ ਨੇ ਉਹਦੀ ਬਹੁਤ ਖਾਤਰਦਾਰੀ ਕੀਤੀ। ਰਾਤ ਨੂੰ ਉੱਥੇ ਹੀ ਰੁਕਣ ਦੀ ਸਲਾਹ ਦੇਣ ਤੇ ਸਰਦਾਰ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਜਦੋਂ ਉਹ ਦੋਨੋਂ ਖਾਣਾ ਖਾ ਰਹੇ ਸੀ, ਕਾਸਿਮ ਦੀ ਬੋਟੀ ਤੇਲ ਦੀਆਂ ਬਰਨੀਆਂ ਵੇਖਣ ਗਈ। ਉਹਨੂੰ ਕੁਝ ਆਵਾਜ਼ ਸੁਣਾਈ ਦਿੱਤੀ। ਅਸੀਂ ਬਾਹਰ ਨਿਕਲੀਏ? ਨਹੀਂ, ਥੋੜੀ ਦੇਰ ਹੋਰ। ਤਾਂ ਉਹਨੂੰ ਇਹ ਸਮਝ ਆ ਗਿਆ ਬਰਨੀਆਂ ਵਿੱਚ ਤੇਲ ਨਹੀਂ ਹੈ, ਬਲਕਿ ਚੋਰ ਲੁਕੇ ਨੇ ਅਤੇ ਉਹ ਇੱਥੇ ਕਿਉਂ ਆਏ ਨੇ। ਉਹ ਰਸੋਈ ਵਿੱਚ ਗਈ ਅਤੇ ਬਹੁਤ ਸਾਰਾ ਤੇਲ ਗਰਮ ਕੀਤਾ ਅਤੇ ਹਰ ਇੱਕ ਬਰਨੀ ਵਿੱਚ ਗਰਮ ਤੇਲ ਪਾ ਦਿੱਤਾ। ਅੰਦਰ ਬੈਠੇ ਚੋਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਕੁਝ ਕਰ ਵੀ ਨਹੀਂ ਸਕੇ। ਦੇਰ ਰਾਤ ਸਾਰਿਆਂ ਦੇ ਸੌਣ ਪਿੱਛੋਂ ਸਰਦਾਰ ਉਹਨਾਂ ਕੋਲ ਆਇਆ। ਹੁਣ ਬਾਹਰ ਆ ਜਾਓ। ਉਹਨੂੰ ਕੋਈ ਵੀ ਹਰਕਤ ਨਹੀਂ ਦਿਸੀ ਤਾਂ ਉਹ ਫੇਰ ਬੋਲਿਆ। ਸੌਂ ਗਏ ਕੀ? ਉਹਨੇ ਫੇਰ ਕਿਹਾ, ਪਰ ਕੋਈ ਜਵਾਬ ਨਹੀਂ ਮਿਲਿਆ ਤੇ ਉਹਨੇ ਇੱਕ ਬਰਨੀ ਖੋਲ ਕੇ ਵੇਖੀ। ਉਹਨੇ ਜੋ ਵੇਖਿਆ ਉਹ ਵੇਖ ਕੇ ਉਹਦਾ ਦਿਲ ਬਹਿ ਗਿਆ। ਕਿਤੇ ਉਹ ਵੀ ਨਾ ਫੜਿਆ ਜਾਵੇ, ਇਹ ਸੋਚ ਕੇ ਉਹ ਡਰ ਗਿਆ ਅਤੇ ਉੱਥੋਂ ਭੱਜਿਆ ਤੇ ਫੇਰ ਕਦੇ ਮੁੜ ਕੇ ਵਾਪਸ ਨਹੀਂ ਆਇਆ। ਅਗਲੀ ਸਵੇਰ ਕਾਸਿਮ ਦੀ ਬੋਟੀ ਨੇ ਅਲੀ ਬਾਬਾ ਨੂੰ ਇਸ ਹਾਦਸੇ ਬਾਰੇ ਸਭ ਕੁਝ ਦੱਸਿਆ। ਹੁਣ ਉਹ ਬਿਨਾਂ ਚੋਰਾਂ ਦੀ ਫਿਕਰ ਕੀਤੇ ਪੂਰੇ ਪਰਿਵਾਰ ਨਾਲ ਹਸੀ ਖੁਸ਼ੀ ਜੀਵਨ ਬਿਤਾਉਣ ਲੱਗੇ। ਇੱਕ ਸਮੇਂ ਦੀ ਗੱਲ ਹੈ। ਇੱਕ ਗਰੀਬ ਵਿਧਵਾ ਜਨਾਨੀ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ। ਉਸ ਦਾ ਬੇਟਾ ਜੈਕ ਕੰਮ ਨਹੀਂ ਕਰਦਾ ਸੀ ਕਿਉਂਕਿ ਉਹ ਬਹੁਤ ਆਲਸੀ ਸੀ। ਇਸੇ ਵਜ੍ਹਾ ਕਰਕੇ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਸੀ। ਮਾਂ, ਖਾਣ ਲਈ ਕੁਝ ਹੈ? ਮੈਨੂੰ ਭੁੱਖ ਲੱਗੀ ਹੈ। ਦਿਨ ਗੁਜ਼ਰਦੇ ਗਏ। ਉਹ ਲੋਕ ਹੋਰ ਗਰੀਬ ਹੁੰਦੇ ਗਏ। ਇੱਕ ਵਕਤ ਆਇਆ ਜਦ ਉਹਨਾਂ ਨੂੰ ਆਪਣੀ ਗਾਂ ਮਿਲਕ ਵਾਈਟ ਵੀ ਵੇਚਣੀ ਪਈ ਕਿਉਂਕਿ ਉਹ ਉਹਨੂੰ ਖਾਣ ਲਈ ਵੀ ਨਹੀਂ ਦੇ ਪਾ ਰਹੇ ਸੀ। ਜੈਕ ਦੀ ਮਾਂ ਨੇ ਉਸ ਨੂੰ ਕਿਹਾ ਕਿ ਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਸਭ ਤੋਂ ਉੱਚੇ ਮੁੱਲ ਤੇ ਵੇਚੀ, ਸ਼ਾਇਦ ਫਿਰ ਉਹ ਖਾਣ ਦੇ ਲਈ ਕੁਝ ਖਰੀਦ ਸਕਣ। ਬਾਜ਼ਾਰ ਜਾਂਦੇ ਟਾਈਮ ਜੈਕ ਨੂੰ ਇੱਕ ਅਜੀਬ ਵਿਖਣ ਵਾਲਾ ਬੁੱਢਾ ਮਿਲਿਆ। ਉਸ ਬੁੱਢੇ ਆਦਮੀ ਨੇ ਗਾਂ ਦੇ ਵੱਲ ਵੇਖਿਆ ਅਤੇ ਜੈਕ ਨੂੰ ਕਿਹਾ, ਹੈਲੋ ਮੇਰੇ ਬੱਚੇ, ਜੇ ਤੂੰ ਮੈਨੂੰ ਆਪਣੀ ਗਾਂ ਦੇਵੇਂਗਾ ਤਾਂ ਮੈਂ ਤੈਨੂੰ ਉਹਦੇ ਬਦਲੇ ਬਹੁਤ ਹੀ ਕੀਮਤੀ ਚੀਜ਼ ਦੇਵਾਂਗਾ। ਜੈਕ ਇਹ ਸੁਣ ਕੇ ਕਾਫੀ ਖੁਸ਼ ਹੋਇਆ। ਬੁੱਢੇ ਆਦਮੀ ਨੇ 5 ਬੀਨਸ ਆਪਣੀ ਜੇਬ ਤੋਂ ਕੱਢੀਆਂ। ਬੀਨਸ? ਪਰ ਇਹ ਜਾਦੂਈ ਬੀਨਸ ਹਨ। ਜੈਕ ਨੂੰ ਉਹਦੇ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ, ਪਰ ਉਸ ਬੁੱਢੇ ਆਦਮੀ ਨੇ ਜ਼ੋਰ ਦੇ ਕੇ ਕਿਹਾ, ਸੁਣ ਮੇਰੇ ਬੱਚੇ, ਤੂੰ ਇੱਕ ਤੇਜ਼ ਤੇ ਹੋਸ਼ਿਆਰ ਮੁੰਡਾ ਹੈ। ਇਹ ਜਾਦੂਈ ਬੀਨਸ ਲੈ ਲੈ, ਤੈਨੂੰ ਪਛਤਾਵਾ ਨਹੀਂ ਹੋਏਗਾ। ਮੇਰੀ ਗੱਲ ਮੰਨ ਲੈ। ਜੈਕ ਨੇ ਉਹਦੇ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਜਾਦੂਈ ਬੀਨਸ ਦੇ ਬਦਲੇ ਆਪਣੀ ਗਾਂ ਮਿਲਕ ਵਾਈਟ ਉਹਨੂੰ ਦੇ ਦਿੱਤੀ। ਆਪਣੇ ਕੰਮ ਤੋਂ ਖੁਸ਼ ਹੋ ਕੇ ਜੈਕ ਘਰ ਵੱਲ ਦੌੜਿਆ। ਮਾਂ, ਵੇਖ ਮੈਂ ਕੀ ਲਿਆਇਆ ਹਾਂ। ਜੈਕ ਨੂੰ ਇੰਨਾ ਖੁਸ਼ ਵੇਖ ਕੇ
ਉਹਦੀ ਮਾਂ ਨੂੰ ਇਹ ਲੱਗਿਆ ਕਿ ਉਹ ਗਾਂ ਨੂੰ ਬਹੁਤ ਹੀ ਚੰਗੇ ਮੁੱਲ ਤੇ ਵੇਚ ਕੇ ਆਇਆ ਹੈ। ਜਦੋਂ ਜੈਕ ਨੇ ਆਪਣੀ ਮਾਂ ਨੂੰ ਜਾਦੂਈ ਬੀਨਸ ਵਿਖਾਈਆਂ ਤਾਂ ਉਹ ਨਾਰਾਜ਼ ਹੋ ਗਈ। ਉਹਨੇ ਉਹਨਾਂ ਜਾਦੂਈ ਬੀਨਸ ਨੂੰ ਗਾਰਡਨ ਵਿੱਚ ਸੁੱਟ ਦਿੱਤਾ ਅਤੇ ਜੈਕ ਨੂੰ ਆਪਣੇ ਕਮਰੇ ਵਿੱਚ ਜਾਣ ਦੇ ਲਈ ਕਿਹਾ। ਤੂੰ ਆਪਣੇ ਕਮਰੇ ਵਿੱਚ ਹੀ ਰਹੇਂਗਾ ਜਦ ਤੱਕ ਮੈਂ ਤੈਨੂੰ ਬਾਹਰ ਆਉਣ ਦੇ ਲਈ ਨਹੀਂ ਕਹਿੰਦੀ, ਤੇ ਅੱਜ ਤੈਨੂੰ ਕੋਈ ਖਾਣਾ ਨਹੀਂ ਮਿਲੇਗਾ। ਸਵੇਰੇ ਜੈਕ ਨੇ ਆਪਣੀ ਬਾਰੀ ਤੋਂ ਬਾਹਰ ਝਾਂਕਿਆ ਤਾਂ ਉਹ ਹੈਰਾਨ ਹੋ ਗਿਆ। ਉਹਦੇ ਕਮਰੇ ਦੀ ਬਾਰੀ ਤੋਂ ਉਹਨੇ ਵੇਖਿਆ ਕਿ ਇੱਕ ਪੌਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਇਹ ਨਾ ਤਾਂ ਕੋਈ ਸਧਾਰਨ ਪੇੜ ਸੀ ਤੇ ਨਾ ਹੀ ਕੋਈ ਫੁੱਲ। ਇਹ ਜਾਦੂਈ ਬੀਨਸ ਦਾ ਪੇੜ ਸੀ। ਜੈਕ ਨੇ ਉਸ ਵੱਡੇ ਬੀਨ ਦੇ ਪੇੜ ਤੇ ਛਾਲ ਮਾਰੀ ਤੇ ਉਹਦੇ ਟੇਢੇ ਮੇਢੇ ਪੱਤਿਆਂ ਤੇ ਪੌੜੀਆਂ ਦੀ ਤਰ੍ਹਾਂ ਚੜਨ ਲੱਗਾ। ਕੁਝ ਦੇਰ ਚੜਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇੱਕ ਅਜੀਬ ਜਗ੍ਹਾ ਤੇ ਪਾਇਆ। ਉੱਥੇ ਸਭ ਕੁਝ ਵੱਡਾ ਸੀ। ਉਹਨੇ ਇੱਕ ਫੁੱਲਾਂ ਨਾਲ ਭਰਿਆ ਰਸਤਾ ਵੇਖਿਆ ਜਿਸ ਦੇ ਕਿਨਾਰੇ ਤੇ ਇੱਕ ਵੱਡਾ ਜਿਹਾ ਘਰ ਸੀ। ਜੈਕ ਉਸ ਘਰ ਦੇ ਵੱਲ ਪਹੁੰਚਿਆ ਅਤੇ ਉਹਨੇ ਬੂਹਾ ਖੜਕਾਇਆ। ਇੱਕ ਵੱਡੀ ਜਿਹੀ ਜਨਾਨੀ ਨੇ ਅੰਦਰੋਂ ਜਵਾਬ ਦਿੱਤਾ। ਉਹ ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ? ਹਾਂ ਹੈਗਾ, ਪਰ ਤੈਨੂੰ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਇੱਥੋਂ ਜਾਣਾ ਪਵੇਗਾ, ਕਿਉਂਕਿ ਮੇਰੇ ਘਰ ਵਾਲੇ ਨੂੰ ਨਿੱਕੇ ਬੱਚੇ ਬਹੁਤ ਪਸੰਦ ਹਨ ਅਤੇ ਉਹ ਉਹਨਾਂ ਨੂੰ ਖਾ ਜਾਂਦਾ ਹੈ। ਜੈਕ ਬਹੁਤ ਡਰਿਆ ਹੋਇਆ ਸੀ ਪਰ ਉਨਾ ਹੀ ਭੁੱਖਾ ਵੀ ਸੀ। ਜਿਵੇਂ ਉਹ ਕੁਝ ਖਾਣ ਦੇ ਲਈ ਟੇਬਲ ਤੇ ਬੈਠਿਆ, ਉਹਨੇ ਸੁਣਿਆ ਕਿ ਕੋਈ ਗਹਿਰੀ ਆਵਾਜ਼ ਵਿੱਚ ਬਾਹਰ ਗੱਲਾਂ ਕਰ ਰਿਹਾ ਸੀ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਉਸ ਜਨਾਨੀ ਨੇ ਜੈਕ ਨੂੰ ਆਵਾਜ਼ ਦਿੱਤੀ। ਹੁਣੇ ਇਸੇ ਵੇਲੇ ਜਾ ਕੇ ਅਵਨ ਵਿੱਚ ਲੁਕ ਜਾ ਨਿੱਕੇ ਬੱਚੇ। ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਉਹ ਰਾਖਸ਼ਸ ਕਿਚਨ ਵਿੱਚ ਜਾ ਕੇ ਸੁੰਘਣ ਲੱਗਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ ਜੀ? ਸ਼ਾਇਦ ਤੁਹਾਨੂੰ ਉਸ ਮੀਟ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਮੈਂ ਕੱਲ ਬਿੱਲੀ ਨੂੰ ਖਵਾਇਆ ਸੀ। ਖਾਣਾ ਹੋ ਜਾਣ ਤੋਂ ਬਾਅਦ ਉਹ ਰਾਖਸ਼ਸ ਆਪਣੇ ਸੋਨੇ ਦੇ ਸਿੱਕੇ ਗਿਣਨ ਲੱਗਾ। ਕੁਝ ਚਿਰ ਬਾਅਦ ਉਹ ਗਿਣਦੇ ਗਿਣਦੇ ਥੱਕ ਗਿਆ ਅਤੇ ਸੌਂ ਗਿਆ। ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਹਨੇ ਸੋਨੇ ਦਾ ਬੈਗ ਲੈ ਲਿਆ। ਉਹਨੇ ਬੈਗ ਨੂੰ ਬੀਨ ਦੇ ਪੇੜ ਦੇ ਥੱਲੇ ਸੁੱਟਿਆ ਅਤੇ ਉਹ ਪੇੜ ਤੋਂ ਥੱਲੇ ਉਤਰਨ ਲੱਗਾ। ਉਹਨੇ ਸੋਨੇ ਦੇ ਭਰੇ ਬੈਗ ਨੂੰ ਚੱਕਿਆ ਅਤੇ ਘਰ ਦੇ ਅੰਦਰ ਦੌੜਦਾ ਹੋਇਆ ਗਿਆ। ਜੈਕ ਦੀ ਮਾਂ ਨੇ ਸੋਨੇ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਈ। ਉਸ ਦਿਨ ਤੋਂ ਬਾਅਦ ਉਹ ਕਦੇ ਗਰੀਬ ਨਹੀਂ ਰਹੇ। ਪਰ ਕੁਝ ਮਹੀਨਿਆਂ ਬਾਅਦ ਜੋ ਕੁਝ ਵੀ ਸੋਨੇ ਦਾ ਉਹਨਾਂ ਕੋਲ ਸੀ ਉਹ ਖਤਮ ਹੋ ਗਿਆ। ਜਦ ਹੋਰ ਕੋਈ ਰਸਤਾ ਨਹੀਂ ਸੀ, ਜੈਕ ਫਿਰ ਤੋਂ ਬੀਨ ਦੇ ਪੇੜ ਤੇ ਚੜ੍ਹ ਕੇ ਉਸ ਰਾਖਸ਼ਸ ਦੇ ਘਰ ਪੁੱਜਿਆ। ਪਿਛਲੀ ਵਾਰ ਜਦੋਂ ਤੂੰ ਇੱਥੇ ਆਇਆ ਸੀ ਤਾਂ ਸਾਡਾ ਇੱਕ ਸੋਨੇ ਦਾ ਬੈਗ ਚੋਰੀ ਹੋ ਗਿਆ ਸੀ। ਪਰ ਫਿਰ ਵੀ ਉਹਨੇ ਜੈਕ ਨੂੰ ਪਿਆਰ ਨਾਲ ਅੰਦਰ ਬੁਲਾਇਆ। ਥੋੜੀ ਦੇਰ ਵਿੱਚ ਰਾਖਸ਼ਸ ਘਰ ਪਹੁੰਚਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਰਾਖਸ਼ਸ ਦੀ ਆਵਾਜ਼ ਸੁਣਦੇ ਹੀ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਖਾਣਾ ਹੋ ਜਾਣ ਮਗਰੋਂ ਰਾਖਸ਼ਸ ਨੇ ਆਪਣੀ ਘਰਵਾਲੀ ਨੂੰ ਮੁਰਗੀ ਲਿਆਉਣ ਦੇ ਲਈ ਕਿਹਾ। ਜਦੋਂ ਘਰਵਾਲੀ ਮੁਰਗੀ ਲੈ ਕੇ ਆਈ, ਉਹਨੇ ਉਸ ਮੁਰਗੀ ਨੂੰ ਅੰਡਾ ਦੇਣ ਲਈ ਕਿਹਾ। ਜੈਕ ਨੂੰ ਇਹ ਵੇਖ ਕੇ ਤਾਜਬ ਹੋਇਆ
ਕਿ ਉਸ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ। ਤੇ ਜਦੋਂ ਰਾਖਸ਼ ਸੌਂ ਗਿਆ, ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਸਨੇ ਮੁਰਗੀ ਨੂੰ ਚੱਕਿਆ ਅਤੇ ਥੱਲੇ ਵੱਲ ਦੌੜਿਆ। ਸੋਨੇ ਦੇ ਅੰਡਿਆਂ ਦੀ ਵਜ੍ਹਾ ਨਾਲ ਜੈਕ ਤੇ ਉਹਦੀ ਮਾਂ ਫਿਰ ਤੋਂ ਅਮੀਰ ਹੋ ਗਏ ਸੀ। ਪਰ ਕੁਝ ਸਮੇਂ ਬਾਅਦ ਜੈਕ ਨੇ ਫਿਰ ਤੋਂ ਆਪਣਾ ਲੱਕ ਟਰਾਈ ਕਰਨ ਦੀ ਸੋਚੀ ਅਤੇ ਉਹ ਬੀਨ ਦੇ ਪੇੜ ਤੇ ਚੜ੍ਹ ਗਿਆ। ਇਸ ਵਾਰ ਉਹ ਰਾਖਸ਼ ਦੇ ਘਰ ਵਿੱਚ ਚੁਪਕੇ ਨਾਲ ਵੜ ਗਿਆ, ਉਹਦੀ ਘਰਵਾਲੀ ਤੋਂ ਲੁਕਦੇ ਹੋਏ, ਅਤੇ ਵੱਡੇ ਜਿਹੇ ਕਾਪਰ ਦੇ ਪੌਟ ਵਿੱਚ ਜਾ ਕੇ ਲੁਕ ਕੇ ਬਹਿ ਗਿਆ। ਥੋੜੀ ਦੇਰ ਮਗਰੋਂ ਰਾਖਸ਼ ਆਇਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ, ਕੱਚਾ ਜਾਂ ਪੱਕਾ, ਕਿਹੋ ਜਿਹਾ ਵੀ ਹੋਵੇ ਮੈਂ ਉਹਨੂੰ ਲੱਭ ਕੇ ਰਹਾਂਗਾ। ਇਸ ਵਾਰ ਰਾਖਸ਼ ਦੀ ਘਰਵਾਲੀ ਨੇ ਜੈਕ ਨੂੰ ਪਕੜਵਾਉਣ ਦਾ ਤੈਅ ਕੀਤਾ। ਜੇ ਕੋਈ ਬੱਚਾ ਹੈ ਤਾਂ ਸ਼ਾਇਦ ਅਵਨ ਵਿੱਚ ਹੋਵੇਗਾ। ਜੈਕ ਕਿਤੇ ਹੋਰ ਲੁਕਿਆ ਸੀ। ਰਾਖਸ਼ ਅਤੇ ਉਹਦੀ ਘਰਵਾਲੀ ਨੇ ਸਾਰਾ ਘਰ ਛਾਨ ਮਾਰਿਆ, ਪਰ ਉਹਨਾਂ ਨੂੰ ਬੱਚਾ ਨਹੀਂ ਮਿਲਿਆ। ਖਾਣ ਤੋਂ ਬਾਅਦ ਰਾਖਸ਼ ਨੇ ਸੋਨੇ ਦੀ ਵੀਣਾ ਟੇਬਲ ਤੇ ਰੱਖੀ ਅਤੇ ਉਹਨੂੰ ਵਜਣ ਦਾ ਹੁਕਮ ਦਿੱਤਾ। ਵੀਣਾ ਵਜਣ ਲੱਗੀ ਅਤੇ ਰਾਖਸ਼ ਸੌਂ ਗਿਆ। ਇਸ ਵਾਰ ਜੈਕ ਨੂੰ ਇਹ ਵੀਣਾ ਕਿਸੇ ਵੀ ਕੀਮਤ ਤੇ ਹਾਸਲ ਕਰਨੀ ਸੀ। ਇਸ ਲਈ ਉਹ ਰਾਖਸ਼ ਦੇ ਗੋਡਿਆਂ ਤੇ ਚੜ੍ਹਦਾ ਹੋਇਆ ਟੇਬਲ ਤੇ ਪਹੁੰਚਿਆ। ਪਰ ਕੁਝ ਅਜਿਹਾ ਹੋਇਆ ਜੋ ਉਹ ਸੋਚ ਵੀ ਨਹੀਂ ਸਕਦਾ ਸੀ। ਹੈਲਪ! ਵੀਣਾ ਚੀਖੀ। ਜੈਕ ਨੇ ਵੀਣਾ ਨੂੰ ਆਪਣੀ ਪਿੱਠ ਤੇ ਲੈ ਕੇ ਟੇਬਲ ਤੋਂ ਛਾਲ ਮਾਰੀ। ਰਾਖਸ਼ ਉੱਠ ਗਿਆ ਅਤੇ ਜੈਕ ਦੇ ਪਿੱਛੇ ਦੌੜਿਆ। ਜੈਕ ਬੀਨ ਦੇ ਪੇੜ ਤੋਂ ਤੇਜ਼ੀ ਨਾਲ ਉਤਰਨ ਲੱਗਾ ਅਤੇ ਰਾਖਸ਼ ਉਹਦੇ ਪਿੱਛੇ ਪਿੱਛੇ। ਜਦੋਂ ਘਰ ਪਹੁੰਚਿਆ, ਜੈਕ ਨੇ ਆਪਣੀ ਮਾਂ ਨੂੰ ਬੁਲਾਇਆ। ਮਾਂ, ਛੇਤੀ ਤਿਆਰ ਵੀ ਨਾਲ ਲੈ ਆਈ। ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟਣਾ ਸ਼ੁਰੂ ਕੀਤਾ। ਆਖਰ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟ ਦਿੱਤਾ ਅਤੇ ਰਾਖਸ਼ ਜ਼ੋਰ ਨਾਲ ਥੱਲੇ ਜ਼ਮੀਨ ਤੇ ਆ ਟਿਕਿਆ। ਉਹ ਦੋਨੋਂ ਰਾਖਸ਼ ਤੋਂ ਬਚ ਗਏ ਸੀ। ਸ਼ੁਕਰ ਹੈ ਰੱਬਾ, ਅਸੀਂ ਬਚ ਗਏ। ਉਹ ਲੋਕ ਠੀਕ ਸੀ, ਪਰ ਜੈਕ ਨੂੰ ਆਪਣੀ ਹਰਕਤ ਤੇ ਕਾਫੀ ਪਛਤਾਵਾ ਹੋ ਰਿਹਾ ਸੀ। ਉਹ ਆਪਣੇ ਲਾਲਚ ਦੇ ਕਰਕੇ ਅੱਜ ਆਪਣੀ ਜਾਨ ਗਵਾਉਣ ਵਾਲਾ ਸੀ। ਉਹਨੇ ਆਪਣੀ ਮਾਂ ਨੂੰ ਵਾਅਦਾ ਕੀਤਾ ਕਿ ਉਹ ਕਦੇ ਵੀ ਚੋਰੀ ਨਹੀਂ ਕਰੇਗਾ ਅਤੇ ਉਹ ਕੱਲ ਤੋਂ ਬਹੁਤ ਮਿਹਨਤ ਕਰੇਗਾ। ਉਸ ਦਿਨ ਤੋਂ ਬਾਅਦ ਜੈਕ ਤੇ ਉਹਦੀ ਮਾਂ ਕਦੇ ਵੀ ਗਰੀਬ ਨਹੀਂ ਰਹੇ। ਹਾਂ, ਉਹਨਾਂ ਦੇ ਕੋਲ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ ਮਦਦ ਦੇ ਲਈ, ਪਰ ਜੈਕ ਨੇ ਵੀ ਕੰਮ ਕਰਨਾ ਨਹੀਂ ਛੱਡਿਆ। ਇੱਕ ਛੋਟੇ ਜਿਹੇ ਫਾਰਮ ਤੇ ਇੱਕ ਕਿਊਟ ਜਿਹੀ ਡਕ ਫੈਮਿਲੀ ਰਹਿੰਦੀ ਸੀ। ਮੰਮੀ ਡਕ ਆਪਣੇ ਅੰਡਿਆਂ ਤੇ ਬਹਿ ਕੇ ਉਹਦੇ ਵਿੱਚੋਂ ਆਪਣੇ ਬੱਚਿਆਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉਹ ਪੂਰੇ 7 ਅੰਡੇ ਸੀ। ਇੱਕ ਸੁਨਹਿਰੀ ਸਵੇਰ ਅੰਡਿਆਂ ਤੋਂ ਬੱਚੇ ਬਾਹਰ ਆਉਣ ਲੱਗੇ। ਛੇਤੀ ਹੀ ਉਹਨਾਂ ਵਿੱਚੋਂ 6 ਡਕਲਿੰਗਸ ਬਾਹਰ ਆ ਗਏ। ਡਕਲਿੰਗਸ ਆਪਣੀ ਇਸ ਨਵੀਂ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਕੁਐਕ ਕੁਐਕ ਕਰਦੇ ਹੋਏ ਆਪਣੀ ਮਾਂ ਦੇ ਆਲੇ ਦੁਆਲੇ ਘੁੰਮ ਰਹੇ ਸੀ। ਪਰ ਉਹਨਾਂ ਅੰਡਿਆਂ ਵਿੱਚੋਂ ਜੋ ਸਭ ਤੋਂ ਵੱਡਾ ਅੰਡਾ ਸੀ, ਉਹਦੇ ਵਿੱਚੋਂ ਬੱਚਾ ਬਾਹਰ ਆਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਬਾਹਰ ਨਹੀਂ ਆ ਪਾ ਰਿਹਾ ਸੀ ਅਤੇ ਇਸੇ ਵਜ੍ਹਾ ਕਰਕੇ ਮਾਂ ਡਕ ਬਹੁਤ ਪਰੇਸ਼ਾਨ ਹੋ ਗਈ। ਮਦਰ ਡਕ ਨੇ ਥੋੜੀ ਦੇਰ ਹੋਰ ਇੰਤਜ਼ਾਰ ਕਰਨ ਦੀ ਸੋਚੀ ਤੇ ਫਿਰ ਉਹ ਆਖਰੀ 7ਵਾਂ ਅੰਡਾ ਫੁੱਟਿਆ। ਉਹ ਡਕਲਿੰਗ ਬਹੁਤ ਹੀ ਉਲਝਣ ਭਰੀਆਂ ਨਜ਼ਰਾਂ ਨਾਲ ਇੱਧਰ-ਉੱਧਰ ਵੇਖ ਰਿਹਾ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਹਦੀ ਮਾਂ ਅਤੇ ਉਹਦੇ ਭੈਣ ਭਰਾ ਵੀ ਉਹਨੂੰ ਉਲਝਣ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ, ਕਿਉਂਕਿ ਉਹ ਡਕਲਿੰਗ
ਬਿਲਕੁਲ ਵੀ ਆਪਣੇ ਭੈਣ ਭਰਾਵਾਂ ਵਰਗਾ ਨਹੀਂ ਦਿਸ ਰਿਹਾ ਸੀ। ਉਹ ਥੋੜਾ ਚੌੜਾ ਸੀ ਅਤੇ ਉਹਦੇ ਭੂਰੇ ਤੇ ਚਿੱਟੇ ਪੰਖ ਸੀ। ਬਾਕੀ ਡਕਲਿੰਗਸ ਉਹਦੇ ਤੇ ਹੱਸਣ ਲੱਗੇ। ਤੂੰ ਕਿੰਨਾ ਬਦਸੂਰਤ ਨਜ਼ਰ ਆ ਰਿਹਾ ਹੈ। ਤੂੰ ਬਿਲਕੁਲ ਸਾਡੇ ਵਾਂਗ ਨਹੀਂ ਦਿਸਦਾ। ਮੈਨੂੰ ਸਮਝ ਨਹੀਂ ਆ ਰਿਹਾ ਤੂੰ ਕਿਵੇਂ ਆਪਣੇ ਭੈਣ ਭਰਾਵਾਂ ਵਰਗਾ ਨਜ਼ਰ ਨਹੀਂ ਆਉਂਦਾ। ਬਦਸੂਰਤ 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 ਬਦਸੂਰਤ। ਕੁਝ ਸਮੇਂ ਬਾਅਦ ਸਾਰੇ ਡਕਲਿੰਗਸ ਥੋੜੇ ਵੱਡੇ ਹੋਣ ਲੱਗੇ, ਪਰ ਇਹ ਡਕਲਿੰਗ ਬਾਕੀਆਂ ਦੇ ਮੁਕਾਬਲੇ ਕਾਫੀ ਵੱਡਾ ਲੱਗ ਰਿਹਾ ਸੀ ਅਤੇ ਉਹਦੇ ਪੰਖਾਂ ਦੇ ਰੰਗ ਵੀ ਅਜੀਬ ਲੱਗ ਰਹੇ ਸੀ। ਤੂੰ ਕਿੰਨੀ ਛੇਤੀ ਵੱਡਾ ਹੋ ਗਿਆ ਤੇ ਇੰਨਾ ਅਲੱਗ ਕਿਵੇਂ ਹੋ ਗਿਆ? ਵਕਤ ਗੁਜ਼ਰਦਾ ਗਿਆ ਅਤੇ ਉਹ ਬਦਸੂਰਤ ਡਕਲਿੰਗ ਹੋਰ ਵੀ ਅਜੀਬ ਅਤੇ ਭੱਦਾ ਦਿਸਣ ਲੱਗਾ। ਉਹਦੇ ਕੋਈ ਵੀ ਭੈਣ ਭਰਾ ਉਹਦੇ ਨਾਲ ਖੇਡਣ ਨੂੰ ਤਿਆਰ ਨਹੀਂ ਸੀ। ਅਸੀਂ ਤੇਰੇ ਨਾਲ ਨਹੀਂ ਖੇਡਾਂਗੇ। ਤੂੰ ਬੜਾ ਬਦਸੂਰਤ ਹੈ। ਖੇਤ ਦੇ ਬਾਕੀ ਸਾਰੇ ਜਾਨਵਰ ਵੀ ਉਸ ਬਦਸੂਰਤ ਡਕਲਿੰਗ ਦਾ ਮਜ਼ਾਕ ਉਡਾਉਂਦੇ ਸੀ। Butsurat duckling, butsurat duckling. Na 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 na, butsurat duckling. ਉਸ ਦੀ ਮਾਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਰਹਿੰਦੀ ਸੀ। ਮੇਰੇ ਵਿਚਾਰੇ ਡਕਲਿੰਗ, ਤੂੰ ਬਾਕੀਆਂ ਤੋਂ ਇੰਨਾ ਵੱਖ ਕਿਉਂ ਹੈ? ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਉਹ ਵਿਚਾਰਾ ਡਕਲਿੰਗ ਹੋਰ ਵੀ ਹਤਾਸ਼ ਹੋ ਗਿਆ ਅਤੇ ਉਹਨੂੰ ਬਹੁਤ ਅਜੀਬ ਲੱਗ ਰਿਹਾ ਸੀ। ਸਾਰੀ ਰਾਤ ਉਹ ਇਕੱਲੇ ਰੋਂਦਾ ਰਹਿੰਦਾ ਅਤੇ ਸੋਚਦਾ ਕਿ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਮੈਂ ਇੰਨਾ ਬਦਸੂਰਤ ਕਿਉਂ ਆ? ਮੈਂ ਆਪਣੇ ਭੈਣ ਭਰਾਵਾਂ ਵਰਗਾ ਕਿਉਂ ਨਹੀਂ ਨਜ਼ਰ ਆਉਂਦਾ? ਇੱਕ ਦਿਨ ਕੁਝ ਸ਼ਿਕਾਰੀ ਉਸ ਤਲਾਬ ਦੇ ਕਿਨਾਰੇ ਆ ਪਹੁੰਚੇ ਜਿੱਥੇ ਉਹ ਲੋਕ ਰਹਿੰਦੇ ਸੀ। ਸ਼ਿਕਾਰੀ ਉਹਨਾਂ ਡਕਸ ਦਾ ਸ਼ਿਕਾਰ ਕਰਨ ਲੱਗੇ। ਮਦਰ ਡਕ ਆਪਣੇ ਬੱਚਿਆਂ ਦੇ ਲਈ ਖਾਣਾ ਤਲਾਸ਼ ਕਰ ਰਹੀ ਸੀ ਕਿ ਅਚਾਨਕ ਉਹ ਉਹਨਾਂ ਸ਼ਿਕਾਰੀਆਂ ਦੇ ਚੰਗੁਲ ਵਿੱਚ ਫਸ ਗਈ। ਉਸ ਵਿਚਾਰੇ ਬਦਸ਼ਕਲ ਡਕਲਿੰਗ ਨੂੰ ਪਤਾ ਹੀ ਨਹੀਂ ਸੀ ਕਿ ਉਹਦੀ ਮਾਂ ਦੇ ਨਾਲ ਕੀ ਹੋਇਆ ਹੈ। ਉਹ ਮਾਂ ਦੀ ਵਾਪਸ ਆਉਣ ਦਾ ਸਵੇਰ ਤੱਕ ਇੰਤਜ਼ਾਰ ਕਰ ਰਿਹਾ ਸੀ। ਵਿਚਾਰੇ ਨੂੰ ਪਤਾ ਹੀ ਨਹੀਂ ਸੀ ਕਿ ਕੀ ਕਰੇ। ਸਭ ਤੋਂ ਪਹਿਲਾਂ ਉਹ ਕੁੱਤੇ ਦੇ ਕੋਲ ਗਿਆ। ਕੁੱਤੇ ਨੇ ਉਹਨੂੰ ਚਲੇ ਜਾਣ ਨੂੰ ਕਿਹਾ। ਚਲਾ ਜਾ ਇੱਥੋਂ। ਕਿਧਰੇ ਕੋਈ ਮੈਨੂੰ ਤੇਰੇ ਵਰਗੇ ਬਦਸੂਰਤ ਡਕਲਿੰਗ ਨਾਲ ਗੱਲ ਕਰਦੇ ਨਾ ਵੇਖ ਲਵੇ। ਕੁਝ ਦੇਰ ਬਾਅਦ ਉਹ ਮੁਰਗੀ ਦੇ ਕੋਲ ਗਿਆ, ਪਰ ਉਸ ਮੁਰਗੀ ਨੇ ਵੀ ਉਹਦਾ ਮਜ਼ਾਕ ਉਡਾਇਆ। ਮੈਂ ਵੀ ਤੇਰੇ ਤੋਂ ਚੰਗੀ ਨਜ਼ਰ ਆਉਂਦੀ ਆ। ਪਕ ਪਕ ਪਕ। ਬਦਸੂਰਤ ਡਕਲਿੰਗ ਬਹੁਤ ਹੀ ਉਦਾਸ ਹੋ ਗਿਆ ਸੀ। ਮੈਂ ਇੱਥੇ ਕਿਸੇ ਨੂੰ ਵੀ ਪਸੰਦ ਨਹੀਂ। ਜੇ ਮੇਰੀ ਮਾਂ ਵਾਪਸ ਨਹੀਂ ਆਂਦੀ ਹੈ ਤਾਂ ਮੇਰੇ ਇਸ ਖੇਤ ਵਿੱਚ ਰਹਿਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ। ਉਸੇ ਸਵੇਰ ਉਹ ਡਕਲਿੰਗ ਖੇਤ ਛੱਡ ਕੇ ਚਲਾ ਗਿਆ। ਉਹ ਤੈਰਦੇ ਹੋਏ ਤਲਾਅ ਦੇ ਦੂਜੇ ਕਿਨਾਰੇ ਜਾ ਪਹੁੰਚਿਆ। ਉਹ ਸਾਰੇ ਜਾਨਵਰਾਂ ਨੂੰ ਉਹੀ ਸਵਾਲ ਕਰ ਰਿਹਾ ਸੀ। ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਉਹਨੂੰ ਸਭ ਕੋਲੋਂ ਇੱਕੋ ਹੀ ਜਵਾਬ ਮਿਲਿਆ। ਉਹਨਾਂ ਨੇ ਇੰਨਾ ਬਦਸ਼ਕਲ ਡਕਲਿੰਗ ਪਹਿਲਾਂ ਕਦੇ ਨਹੀਂ ਵੇਖਿਆ। ਵਿਚਾਰੇ ਡਕਲਿੰਗ ਨੇ ਆਪਣਾ ਸਫ਼ਰ ਤੈਅ ਕੀਤਾ ਅਤੇ ਦੂਜੇ ਤਲਾਅ ਵਿੱਚ ਜਾ ਪਹੁੰਚਿਆ। ਉੱਥੇ ਵੀ ਉਹਨੇ ਉਹੀ ਸਵਾਲ ਸਭ ਤੋਂ ਪੁੱਛਿਆ। ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ। ਇੱਥੇ ਆਸੇ-ਪਾਸੇ ਬਹੁਤ ਸ਼ਿਕਾਰੀ ਹਨ। ਤੂੰ ਫਟਾਫਟ ਇੱਥੋਂ ਚਲਿਆ ਜਾ। ਜਾ। ਬਦਸੂਰਤ ਡਕਲਿੰਗ ਉੱਥੋਂ ਨਿਕਲ ਗਿਆ। ਛੇਤੀ ਉਹ ਇੱਕ ਹੋਰ ਤਲਾਬ ਵਿੱਚ ਪਹੁੰਚਿਆ। ਇਸ ਵਾਰ ਉੱਥੇ ਕੋਈ ਵੀ ਨਹੀਂ ਸੀ। ਉਹ ਇਕੱਲਾ ਹੀ ਸੀ। ਜੇ ਕਿਸੇ ਨੂੰ ਵੀ ਮੈਂ ਪਸੰਦ ਨਹੀਂ ਤਾਂ ਮੈਂ ਇੱਥੇ ਲੁੱਕ ਕੇ ਰਹਿਣਾ ਪੂਰੀ ਜ਼ਿੰਦਗੀ। ਮਹੀਨੇ ਗੁਜ਼ਰਦੇ ਗਏ। ਇਕੱਲੇ ਹੋਣ ਦੇ ਬਾਵਜੂਦ ਉਹ ਬਹੁਤ ਖੁਸ਼ ਸੀ। ਇੱਕ ਦਿਨ ਉਹਨੇ ਵੇਖਿਆ ਕਿ ਚਿੱਟੀ ਲੰਮੀ ਗਰਦਨ ਵਾਲੇ ਪੰਛੀਆਂ ਦਾ ਇੱਕ ਝੁੰਡ ਦੱਖਣ ਵੱਲ ਨੂੰ ਵਧ ਰਿਹਾ ਸੀ। ਬਦਸੂਰਤ ਡਕਲਿੰਗ ਤਾਰੀਫ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਵੇਖ ਰਿਹਾ ਸੀ। ਕਿੰਨੇ ਸੋਹਣੇ ਹਨ ਉਹ। ਕਾਸ਼ ਮੈਂ ਵੀ ਉਹਨਾਂ ਦੀ ਤਰ੍ਹਾਂ ਦਿਸਦਾ। ਸਰਦੀ ਦਾ ਮੌਸਮ ਆ ਗਿਆ ਅਤੇ ਬਰਫ਼ ਪੈਣ ਲੱਗੀ। ਬਦਸੂਰਤ ਡਕਲਿੰਗ ਨੂੰ ਪਹਿਲੀ ਬਰਫ਼ ਗਿਰਨ ਦੇ ਨਜ਼ਾਰੇ ਨਾਲ ਪਿਆਰ ਹੋ ਗਿਆ। ਖੇਡਦੇ ਹੋਏ
ਉਹ ਪੂਰਾ ਬਰਫ਼ ਨਾਲ ਢੱਕ ਗਿਆ। ਕਾਫੀ ਬਰਫ਼ ਗਿਰਨ ਦੀ ਵਜ੍ਹਾ ਨਾਲ ਉਹਨੂੰ ਖਾਣਾ ਲੱਭਣ ਵਿੱਚ ਦਿੱਕਤ ਹੋ ਰਹੀ ਸੀ, ਇਸ ਲਈ ਉਹ ਤੁਰਦਾ ਹੀ ਜਾ ਰਿਹਾ ਸੀ ਖਾਣੇ ਦੀ ਤਲਾਸ਼ ਵਿੱਚ। ਉਹ ਠੰਡ ਨਾਲ ਕੰਬ ਰਿਹਾ ਸੀ ਅਤੇ ਥੱਕਿਆ ਹੋਇਆ ਵੀ ਸੀ। ਉਹ ਇੱਕ ਕਿਸਾਨ ਦੇ ਕੋਲ ਪਹੁੰਚਿਆ। ਕਿਸਾਨ ਨੂੰ ਉਹਦੇ ਤੇ ਤਰਸ ਆਇਆ ਅਤੇ ਉਹਨੂੰ ਆਪਣਾ ਜੈਕਟ ਦੇ ਦਿੱਤਾ। ਵਿਚਾਰਾ ਡਕ, ਤੂੰ ਕਿੰਨਾ ਠੰਡਾ ਪੈ ਗਿਆ ਹੈ। ਮੈਂ ਤੈਨੂੰ ਘਰ ਲੈ ਜਾ ਕੇ ਤੇਰੀ ਦੇਖਭਾਲ ਕਰਾਂਗਾ ਤੇਰੇ ਵੱਡੇ ਹੋਣ ਤੱਕ। ਕਿਸਾਨ ਨੇ ਜਿਵੇਂ ਕਿਹਾ ਉਵੇਂ ਹੀ ਕੀਤਾ। ਡਕਲਿੰਗ ਦੇ ਵੱਡੇ ਹੁੰਦੇ ਹੁੰਦੇ ਬਸੰਤ ਰੁੱਤ ਵੀ ਆ ਗਈ ਸੀ। ਬਦਸੂਰਤ ਡਕਲਿੰਗ ਨੂੰ ਘੁੰਮਣ ਦੇ ਲਈ ਜ਼ਿਆਦਾ ਥਾਂ ਮਿਲੇ, ਇਸ ਲਈ ਕਿਸਾਨ ਨੇ ਉਹਨੂੰ ਤਲਾਬ ਵਿੱਚ ਛੱਡਣ ਦੀ ਸੋਚੀ। ਫਿਰ ਇੱਕ ਵਾਰ ਕੱਲਿਆਂ ਕੁਝ ਸਮੇਂ ਬਾਅਦ ਡਕਲਿੰਗ ਨੇ ਆਪਣਾ ਖੁਦ ਦਾ ਪਰਛਾਵਾਂ ਪਾਣੀ ਦੇ ਅੰਦਰ ਵੇਖਿਆ। ਪਰ ਜੋ ਉਹਨੇ ਵੇਖਿਆ ਉਹਨੂੰ ਵੇਖ ਕੇ ਹੈਰਾਨ ਹੋ ਗਿਆ। ਪਹਿਲਾਂ ਤਾਂ ਉਹ ਆਪਣੇ ਆਪ ਨੂੰ ਪਛਾਣ ਹੀ ਨਹੀਂ ਸਕਿਆ। ਉਹਨੂੰ ਲੱਗਿਆ ਉਹਦੇ ਪਿੱਛੇ ਕੋਈ ਹੋਰ ਖੜਾ ਹੈ, ਇਸ ਲਈ ਉਹਨੇ ਆਪਣੇ ਪੰਖਾਂ ਨੂੰ ਖੋਲ੍ਹਿਆ ਅਤੇ ਵੇਖਿਆ ਕਿ ਉਹਦਾ ਪਰਛਾਵਾਂ ਵੀ ਉਹੀ ਕਰ ਰਿਹਾ ਸੀ। ਉਹਨੇ ਆਪਣੀ ਗਰਦਨ ਨੂੰ ਖਿੱਚ ਕੇ ਬਾਹਰ ਕੀਤਾ ਤੇ ਉਹੀ ਉਹਨੇ ਪਾਣੀ ਵਿੱਚ ਹੁੰਦਿਆਂ ਵੀ ਵੇਖਿਆ। ਤਾਂ ਉਹਨੂੰ ਇਹ ਯਕੀਨ ਹੋ ਗਿਆ ਕਿ ਉਹ ਕੋਈ ਹੋਰ ਨਹੀਂ ਸਗੋਂ ਖੁਦ ਹੈ। ਮੈਂ ਕਿੰਨਾ ਬਦਲ ਗਿਆ ਹਾਂ। ਮੈਂ ਅਸਮਾਨ ਤੇ ਉੜਦੇ ਪੰਛੀਆਂ ਵਾਂਗ ਦਿਸ ਰਿਹਾ ਹਾਂ। ਮੈਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਜਦੋਂ ਤਲਾਬ ਵਿੱਚ ਤੈਰਦੀ ਹੋਈ ਜਾ ਰਿਹਾ ਸੀ, ਰਸਤੇ ਵਿੱਚ ਉਹਨੂੰ ਹੰਸਾਂ ਦਾ ਝੁੰਡ ਮਿਲਿਆ। ਕਿਉਂਕਿ ਹੁਣ ਉਹ ਉਹਨਾਂ ਲੋਕਾਂ ਵਿੱਚੋਂ ਹੀ ਇੱਕ ਸੀ, ਉਹਨਾਂ ਨੇ ਉਹਨੂੰ ਆਪਣੇ ਨਾਲ ਲੈ ਲਿਆ। ਉਹ ਬਦਸੂਰਤ ਡਕਲਿੰਗ ਹੁਣ ਉਹਨਾਂ ਹੰਸਾਂ ਦੇ ਨਾਲ ਖੁਸ਼ੀ ਨਾਲ ਤੈਰਦੇ ਹੋਏ ਜਾ ਰਿਹਾ ਸੀ। ਇੱਕ ਮੁੰਡਾ ਜੋ ਤਲਾਬ ਦੇ ਕਿਨਾਰੇ ਸੀ, ਇਹਨਾਂ ਹੰਸਾਂ ਨੂੰ ਵੇਖ ਕੇ ਉੱਚੀ ਉੱਚੀ ਹਾਕਾਂ ਮਾਰ ਕੇ ਆਪਣੇ ਦੋਸਤਾਂ ਨੂੰ ਬੁਲਾਉਣ ਲੱਗਾ। ਓਏ ਉਸ ਛੋਟੇ ਆਲੇ ਨੂੰ ਵੇਖੋ ਜੋ ਸਭ ਤੋਂ ਅਖੀਰ ਵਿੱਚ ਤੈਰ ਰਿਹਾ ਹੈ। ਉਹ ਸਭ ਤੋਂ ਸੋਹਣਾ ਹੰਸ ਹੈਗਾ। ਇਹਨੂੰ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਹਾਂ, ਉਹ ਪਹਿਲਾਂ ਤੋਂ ਹੀ ਇੱਕ ਹੰਸ ਸੀ। ਬਦਕਿਸਮਤੀ ਨਾਲ ਉਹ ਅੰਡਾ ਬਾਕੀ ਡਕਸ ਦੇ ਅੰਡਿਆਂ ਦੇ ਨਾਲ ਮਿਲ ਗਿਆ ਸੀ। ਪਰ ਹੁਣ ਉਹ ਆਪਣੇ ਅਸਲੀ ਪਰਿਵਾਰ ਦੇ ਨਾਲ ਸੀ ਅਤੇ ਉਹਦੀ ਆਉਣ ਵਾਲੀ ਜ਼ਿੰਦਗੀ ਬਹੁਤ ਹੀ ਖੁਸ਼ੀਆਂ ਨਾਲ ਭਰੀ ਸੀ।